ਵਾਲੇਕੁਮ ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ ਸੰਗਤ ਜੀ। ਅੱਜ ਤੁਸੀਂ ਜਿਸ ਪਵਿੱਤਰ ਤੇ ਪਵਨ ਸਥਾਨ ਦਾ ਦਰਸ਼ਨ ਕਰਦੇ ਪਏ ਜੇ, ਇਹ ਇੱਕ ਗੁਰਦੁਆਰਾ ਸਾਹਿਬ ਹੈ। ਇਹਨੂੰ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਚੌਥੀ ਪਾਤਸ਼ਾਹੀ ਸ਼੍ਰੀ ਅਮਰਦਾਸ ਰਾਮਦਾਸ ਹੁਣਾਂ ਦਾ ਇਹ ਗੁਰਦੁਆਰਾ ਹੈ। ਤੇ ਪਰਲੇ ਪਾਸੇ ਜਿਹੜੀ ਬਾਣੀ ਲਿਖੀ ਹੋਈ ਹੈ ਉੱਧਰ ਵੀ ਜਾਂਦੇ ਆ ਤੇ ਉਸ ਬਾਣੀ ਤੇ ਵੀ ਚਾਨਣ ਪਾਉਂਦੇ ਆ ਕਿ ਬਾਣੀ ਕੀ ਹੈ ਔਰ ਇਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਔਰ ਕਿੱਥੇ ਆ। ਇਸ ਸਮੇਂ ਮੈਂ ਜਿਸ ਸਥਾਨ ਤੇ ਖੜਾ ਹੋਇਆ ਵਾਂ, ਇਹ ਸਿਟੀ ਹੈ ਕਮਾਲੀਆ। ਕਮਾਲੀਆ ਵੀ ਇੱਕ ਬਹੁਤ ਹੀ ਪੁਰਾਣਾ ਹਿਸਟੋਰੀਕਲ ਤੇ ਪ੍ਰਾਚੀਨ ਸਿਟੀ ਹੁੰਦਾ ਸੀਗਾ। ਇਸ ਸ਼ਹਿਰ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੀ ਅਸਥਾਨ ਹੈ, ਉਹਨਾਂ ਤੇ ਵੀ ਚਾਨਣ ਪਾਵਾਂਗਾ। ਸਟਾਰਟ ਮੈਂ ਕਰ ਰਿਹਾ ਵਾਂ ਇਸ ਗੁਰਦੁਆਰਾ ਸਾਹਿਬ ਤੋਂ। ਇਹ ਗੁਰਦੁਆਰਾ ਜਿਹੜਾ ਪੁਰਾਣਾ ਕਮਾਲੀਆ ਹੈ ਉਹ ਸਿਟੀ ਦੇ ਅੰਦਰ ਹੈ ਤੇ ਗੁਰਦੁਆਰਾ ਸਾਹਿਬ ਦਾ ਮੈਂ ਥੋੜਾ ਅੰਦਰੋਂ ਵੀ ਜਾ ਕੇ ਤੇ ਦਰਸਾਉਣਾ ਤੁਹਾਨੂੰ ਅੰਦਰ ਆ ਦਾ ਜਿਹੜੀ ਕੀ ਇਹਦੀ ਕੰਡੀਸ਼ਨ ਹੈ। ਔਰ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਾਂਗਾ, ਥੈਂਕਸ ਕਰਾਂਗਾ, ਸ਼ੁਕਰੀਆ ਕਰਾਂਗਾ ਉਹਨਾਂ ਵੀਰ ਭਰਾ ਦਾ। ਸਰ ਜਿਹੜੇ ਨੇ ਇੱਥੋਂ ਦੇ ਸਰ ਆਸਫ ਸਾਹਿਬ, ਉਹਨਾਂ ਨੇ ਮੈਨੂੰ ਕੋਆਪਰੇਟ ਕੀਤਾ ਔਰ ਪਰਮਿਸ਼ਨ ਦਿੱਤੀ ਕਿ ਮੈਂ ਅੰਦਰ ਆਵਾਂ ਔਰ ਆ ਕੇ ਇਹਦੇ ਤੇ ਵੀਲੌਗ ਕਰਾਂ। ਸਭ ਤੋਂ ਪਹਿਲੇ ਮੈਂ ਉਹਨਾਂ ਤੋਂ ਸਟਾਰਟ ਕਰਾਂਗੇ ਕਿ ਉਹ ਇਸ ਦਾ ਇਤਿਹਾਸ ਥੋੜ੍ਹਾ ਦੱਸਣ ਔਰ ਇਹ ਸਕੂਲ ਦਾ, ਕਿਉਂਕਿ ਗਰਲਜ਼ ਸਕੂਲ ਹੈ ਤੇ ਇੱਥੇ ਪਰਮਿਸ਼ਨ ਇੰਨੀ ਈਜ਼ੀ ਨਹੀਂ ਮਿਲਦੀ, ਇੱਥੇ ਹੋਣਾ ਪੈਂਦਾ ਕਿਉਂਕਿ ਬੱਚਿਆਂ ਦਾ ਸਕੂਲ ਹੈ ਤੇ ਥੋੜ੍ਹਾ ਕਿ ਇਹ ਵੀ ਚੀਜ਼ ਦੇਖਣੀ ਪੈਂਦੀ ਹੈ। ਤੇ ਥੋੜਾ ਸਭ ਤੋਂ पहले मैं आसफ साहब पर जानना वा जी। अस्सलाम वालेकुम आसफ साहब। जी वालेकुम अस्सलाम। जी सर जी, ये जो गुरुद्वारा साहब है इसके बारे में आप थोड़ा सा बताएं और स्कूल के बारे में और फिर उसकी शहर के बारे में थोड़ा आप बताइए। कमालिया बहुत तारीखी सिटी है, इसे कबल मसीह से आबाद शहर कहा जाता है। ये भी कहा जाता है कि यहाँ से सिकंदर आज़म की अफवाज यहाँ से गुजरी थी। ये इतना कदीम शहर है और ये स्कूल 1950 से कायम है। पार्टीशन के फौरी बाद यहाँ पे स्कूल कायम हुआ था, लेकिन ये मंदिरनुमा बिल्डिंग यहाँ से पहले से मौजूद थी और ये मैं इसी मोहल्ला का रिहायशी भी हूँ। और हमारी मालूमात के मुताबिक इस बिल्डिंग को प्रेम सती बिल्डिंग कहा जाता है। जिस तरह हिंदुआना रस्म में औरतें अपने बंदों के साथ जल के सती हो जाती थीं, ये कोई अमीर कबीर औरत थी जो अपने खावंद के साथ यहाँ पे सती हुई थी। उसकी राख है, उसका मंदिर बना हुआ है और इस यानी कि ख़ातून की शहर भर में बहुत सारी जायदाद है। हमारा पूरा बाज़ार जो है वो प्रेम सती मलकियत के हिसाब से मशहूर है। तकरीबन बाज़ार का एक पूरा पोर्शन हमारी कायद अकेडमी, हमारा हॉस्पिटल, पीएसटी कॉलेज, उससे भी पीएसटी कॉलेज को भी प्रेम सती ट्रस्ट कॉलेज कहा जाता है, वो भी इसी यानी कि ख़ातून की मलकियत थी। और हमारे यहाँ पे प्रेम सती गाँव है कादर बख्श के नज़दीक, वो भी इसी की मलकियत है। बहुत शुक्रिया सर जी, ਤੁਸੀਂ ਸਾਨੂੰ ਬਹੁਤ ਵਧੀਆ ਜਿਹੜੀ ਨੇ ਇਨਫੋਰਮੇਸ਼ਨ ਦਿੱਤੀ ਹੈ, ਸਾਨੂੰ ਇਤਿਹਾਸ ਦੱਸਿਆ। ਇਸ ਪਵਨ ਤੇ ਪਵਿੱਤਰ ਸਥਾਨ ਦਾ ਤੁਹਾਡਾ ਬਹੁਤ ਧੰਨਵਾਦ ਹੈ, ਬਹੁਤ ਸ਼ੁਕਰੀਆ। ਥੈਂਕ ਯੂ ਸਰ ਜੀ, ਥੈਂਕ ਯੂ। ਹਾਂਜੀ ਸੰਗਤ ਜੀ, ਇਹ ਹੁਣ ਇਹ ਪ੍ਰੇਮ ਸਤੀ, ਜਿਸ ਤਰ੍ਹਾਂ ਸਰ ਜੀ ਨੇ ਦੱਸਿਆ ਇਹਦਾ ਇਤਿਹਾਸ ਕਿ ਇਹ ਪ੍ਰੇਮ ਸਤੀ ਬਿਲਡਿੰਗ ਸੀਗੀ, ਪ੍ਰੇਮ ਸਤੀ ਗੁਰਦੁਆਰਾ ਸੀ। ਗੁਰਦੁਆਰਾ ਫਿਰ ਨਹੀਂ ਅਸੀਂ ਕਹਿ ਸਕਦੇ, ਅਸੀਂ ਇਹਨੂੰ ਸਮਾਧ ਕਹਿ ਸਕਦੇ ਹਾਂ ਕਿ ਕਿਉਂਕਿ ਅੰਦਰ ਜਿਹੜੀ ਸੂਰਤ ਬਣੀ ਹੋਈ ਹੈ ਸਮਾਧ ਦੀ ਹੀ ਸੂਰਤ ਹੈ ਔਰ ਸਮਾਧ ਹੀ ਦਾ ਇਹ ਸਟਰਕਚਰ ਹੈ ਪੂਰਾ ਜਿਹੜਾ ਬਣਿਆ ਹੋਇਆ। ਇਸ ਤੋਂ ਸਾਨੂੰ ਕਨਫਰਮ ਹੋ ਗਿਆ ਕਿ ਇਹ ਸਮਾਧ ਹੀ ਹੈ। ਔਰ ਪਰਲੇ ਪਾਸੇ ਜਿਹੜੀ ਬਾਣੀ ਆ ਉਹਦੇ ਉੱਤੇ ਵੇਖਦੇ ਹਾਂ ਕਿ ਉਹ ਬਾਣੀ ਕੀ ਲਿਖੀ ਹੋਈ ਆ, ਉੱਤੇ ਤੋਂ ਸਾਨੂੰ ਹੋਰ ਚਾਨਣ ਪਾਊਗਾ ਇਹਦੇ ਇਤਿਹਾਸ ਦੇ ਬਾਰੇ। ਥੋੜਾ ਅੰਦਰ ਚੱਲ ਕੇ ਤਾਂ ਦੇਖਦੇ ਹਾਂ। ਅਗਰ ਕਿਸੇ ਵੀ ਵੀਰ ਭਰਾ ਨੂੰ ਚੜ੍ਹਦੇ ਪੰਜਾਬ ਜਾਂ ਲਹਿੰਦੇ ਪੰਜਾਬ ਜਿਹੜੇ ਕਮਾਲੀਆ ਸਿਟੀ ਤੋਂ ਉੱਠ ਕੇ ਗਏ ਸੀਗੇ ਉਹ ਪਰਿਵਾਰ, ਅਗਰ ਇਹ ਸਮਾਧ ਜਿਹੜੀ ਹੈ ਜਾਂ ਸਮਾਧ ਹੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਨਹੀਂ ਹੈ, ਸਮਾਧ है, हो सकता है कि मे भी ਇਹ ਗੁਰਦੁਆਰਾ ਸਾਹਿਬ ਵੀ ਹੋਇਆ ਬਟ ਇਹਦੀ ਜਿਹੜੀ ਸ਼ੇਪ ਹੈ ਸਮਾਧ ਦੀ ਹੀ ਹੈ। ਔਰ ਅਗਰ ਕਿਸੇ ਨੂੰ ਇਹਦੇ ਬਾਰੇ ਕਰੈਕਟ ਜਾਣਕਾਰੀ ਹੋਵੇ ਚੜ੍ਹਦੇ ਪੰਜਾਬ ਦੇ ਵਿੱਚੋਂ ਤੇ ਉਹ ਲਾਜ਼ਮੀ ਸੰਪਰਕ ਕਰੇ ਤੇ ਲਾਜ਼ਮੀ ਉਹ ਦੱਸੇ ਕਿ ਇਹਦਾ ਕਰੈਕਟ ਇਤਿਹਾਸ ਕੀ ਹੈ। ਔਰ ਮੈਂ ਮਜ਼ੀਦ ਇਹਦੇ ਬਾਰੇ ਜਾਣਾਂਗਾ, ਹੋਰ ਇਹਦੇ ਬਾਰੇ ਤਹਿਕੀਕ ਕਰਾਂਗਾ, ਸਰਚ ਕਰਾਂਗਾ, ਦੇਖਾਂਗਾ। ਔਰ ਇਹ ਜਿਹੜਾ ਸੀਗਾ ਕਮਾਲੀਆ ਸਿਟੀ ਦੇ ਮੇਨ ਕਮਾਲੀਆ ਜਿਹੜਾ ਸੀ ਪੁਰਾਣਾ ਕਮਾਲੀਆ, ਉਹਦੇ ਅੰਦਰ ਇਹ ਮਹਿਕਮਾ ਔਕਾਫ ਦੀ ਜਗ੍ਹਾ ਸੀਗੀ ਜਿਹੜੀ ਫਿਰ ਬਾਅਦ ਚੋਂ ਸਕੂਲ ਨੂੰ ਦਾਨ ਕਰਤੀ। ਔਰ ਇਸ ਟਾਈਮ ਇੱਥੇ ਕੁੜੀਆਂ ਦਾ ਸਕੂਲ ਚੱਲਦਾ ਪਿਆ ਵਾ। ਔਰ ਇਹ ਜਿਹੜਾ ਵਾ ਥੋੜੀ ਸੇਫਟੀ ਹੈ ਇਹਦੀ, ਬਟ ਅਗਰ ਮਹਿਕਮਾ ਔਕਾਫ ਇਹਨੂੰ ਮੇਨਟੇਨੈਂਸ ਇਹਦੀ ਕਰਵਾ ਦੇਵੇ ਤੇ ਬਹੁਤ ਵਧੀਆ ਹੋ ਜਾਏਗਾ। ਇੱਕ ਪਾਕਿਸਤਾਨ ਦਾ ਇੱਕ ਅਸਾਸਾ ਹੈ, ਇੱਕ ਪਾਕਿਸਤਾਨ ਦੀ ਇੱਕ ਪ੍ਰੋਪਰਟੀ ਹੈ ਜਿਹੜੀ ਲੁਪਤ ਹੋਣ ਤੋਂ ਬਚ ਜਾਵੇਗੀ
ਔਰ ਆਉਣ ਵਾਲੇ ਦਰਸ਼ਕ ਜਿਹੜੇ ਨੇ ਉਹ ਜਦੋਂ ਵੀ ਕਮਾਲੀਆ ਸਿਟੀ ਦਾ ਵਿਜ਼ਿਟ ਕਰਨ ਇੱਥੇ ਦੇਖ ਸਕਦੇ, ਕਿਉਂਕਿ ਕਮਾਲੀਆ ਇੱਕ ਇਤਿਹਾਸਿਕ ਤੇ ਪ੍ਰਾਚੀਨ ਸ਼ਹਿਰ ਸੀਗਾ ਔਰ ਬਹੁਤ ਹੀ ਇਹ ਪੁਰਾਣਾ ਸੀਗਾ। ਇੱਥੇ ਹੋਰ ਵੀ ਪੁਰਾਣੇ ਘਰ, ਪੁਰਾਣੇ ਮੰਦਿਰ, ਪੁਰਾਣੀਆਂ ਮਸੀਤਾਂ, ਗੁਰਦੁਆਰੇ ਜਿਹੜੇ ਨੇ ਇਸ ਸ਼ਹਿਰ 'ਚ ਹੈ ਸੀਗੇ। ਕੁਝ ਮੌਜੂਦ ਹੈ, ਕੁਝ ਲੁਪਤ ਹੋ ਚੁੱਕੇ ਨੇ। ਹੁਣ ਬਾਹਰ ਚੱਲਦੇ ਜਰਾ। ਇਹ ਸ਼੍ਰੀਮਤੀ ਪ੍ਰੇਮ ਸਤੀ ਦੀ ਸਮਾਧ ਕਲਾਕਾਰੀ ਦਾ ਇੱਕ ਅਨਮੋਲ ਤੇ ਅਦਭੁਤ ਨਮੂਨਾ ਸੀਗਾ। ਇਹ ਹੁਣ ਢਹਿ ਢੇਰੀ ਹੋਣ ਦੀ ਕਗਾਰ ਤੇ ਆ ਤੇ ਇਹਦੀ ਸੁੰਦਰਤਾ ਜਿਹੜੀ ਆ, ਜਿਸ ਤਰ੍ਹਾਂ ਸਮੇਂ ਬਤੀਤ ਹੁੰਦਾ ਜਾਂਦਾ, ਇਹਦੀ ਸੁੰਦਰਤਾ ਮਾਨ ਪੜਦੀ ਜਾਂਦੀ ਆ। ਆ ਜਿੰਨੇ ਵੀ ਉੱਤੇ ਚਿੱਤਰਕਾਰ ਬਣੇ ਹੋਏ ਨੇ, ਜਿੰਨੇ ਵੀ ਚਿੱਤਰ ਹੈ, ਇਹ ਸਾਰੇ ਹੁਣ ਸਮੇਂ ਦੇ ਨਾਲ ਨਾਲ ਲੁਪਤ ਹੁੰਦੇ ਜਾ ਰਹੇ ਨੇ। ਇਹ ਜਗ੍ਹਾ ਜਿਹੜੀ ਸੀਗੀ ਪ੍ਰੇਮ ਸਤੀ, ਇਸ ਸ਼ਹਿਰ ਕਮਾਲੀਆ ਦੀ ਸਭ ਤੋਂ ਰਿਚ ਲੇਡੀ ਸੀਗੀ ਤੇ ਇਹ ਉਹਨੇ ਜਿਹੜੀ ਇਹਦੀ ਸਮਾਧ ਆ, ਮਾਨਤਾਵਾਂ ਦੇ ਅਨੁਸਾਰ ਜੋ ਵੀ ਇੱਥੋਂ ਦਾ ਇਤਿਹਾਸ ਸਾਨੂੰ ਮਿਲਿਆ ਵਾ, ਉਹਦੇ ਮੁਤਾਬਿਕ ਜਿਹੜਾ ਸੀਗਾ ਪ੍ਰੇਮ ਸਤੀ ਨੇ ਆਪ ਦਾ ਪਤੀ ਦੀ ਮੌਤ ਤੋਂ ਬਾਅਦ ਇੱਥੇ ਫਿਰ ਉਹਦੇ ਨਾਲ ਹੀ ਖੁਦ ਨੂੰ ਸਤੀ ਕਰ ਲਿਆ ਸੀਗਾ। ਇਹ ਬਹੁਤ ਕਮਾਲੀਆ ਸਿਟੀ ਦੀ ਰਿਚ ਲੇਡੀ ਸੀਗੀ ਤੇ ਇਹਨੇ ਬਹੁਤ ਚੀਜ਼ਾਂ ਤੇ ਬਿਲਡਿੰਗਾਂ ਬਣਾਈਆਂ ਸੀਗੀਆਂ। ਤੇ ਇਹ ਜਿਹੜੀ ਸਮਾਧ ਹੈ, ਇਹ ਗੁਰਦੁਆਰਾ ਸਾਹਿਬ ਚੌਥੀ ਪਾਤਸ਼ਾਹੀ ਸ਼੍ਰੀ ਰਾਮਦਾਸ ਜੀ ਦਾ ਚਰਨ ਛੂਹ ਅਸਥਾਨ ਵੀ ਸੀਗੀ ਤੇ ਉਹਦੇ ਵਿਚਕਾਰ ਇਹ ਜਿਹੜੀ ਸਮਾਧ ਬਣੀ ਹੋਈ ਸੀਗੀ, ਜਿਹੜੀ ਹੁਣ ਗੌਰਮੈਂਟ ਗਰਲਜ਼ ਸਕੂਲ ਦੇ ਅੰਦਰ ਹੈ ਤੇ ਇਹ ਮਹਿਕਮੇ ਔਕਾਫ ਦੀ ਅਜੇ ਵੀ ਨਿਗਰਾਨੀ ਦੇ ਵਿੱਚ ਹੈ। ਪਰ ਇਸ ਸਮਾਧ ਦੀ ਸੇਵਾ ਔਰ ਇਹਦੀ ਮੇਨਟੇਨੈਂਸ ਰਿਪੇਅਰ ਨਾ ਹੋਣ ਦੇ ਕਾਰਨ ਇਹ ਇੱਕ ਅਨਮੋਲ ਤੇ ਇੱਕ ਬਿਊਟੀਫੁਲ ਹੈਰੀਟੇਜ ਸੀਗਾ, ਜਿਹਨੂੰ ਸਿੱਖ ਹੈਰੀਟੇਜ ਵੀ ਕਹਿ ਸਕਦੇ ਹਾਂ, ਜਿਹਨੂੰ ਪਾਕਿਸਤਾਨ ਦਾ ਹੈਰੀਟੇਜ ਵੀ ਕਹਿ ਸਕਦੇ ਹਾਂ, ਔਰ ਕਮਾਲੀਆ ਸਿਟੀ ਦਾ ਵੀ ਇੱਕ ਗ੍ਰੇਟ ਹੈਰੀਟੇਜ ਕਹਿ ਸਕਦੇ ਸੀਗੇ, ਜਿਹੜਾ ਹੁਣ ਖਤਮ ਹੁੰਦਾ ਜਾ ਰਿਹਾ ਵਾ, ਲੁਪਤ ਹੁੰਦਾ ਜਾ ਰਿਹਾ ਵਾ। ਤੇ ਬਹੁਤਾ ਸਮੇਂ ਨਹੀਂ ਹੈ ਕਿ ਇਹ ਸਾਡੀਆਂ ਅੱਖਾਂ ਤੋਂ ਵੀ ਦੂਰ ਹੋ ਜਾਣਾ।
ਪਾਤਸ਼ਾਹ ਸ਼੍ਰੀ ਰਾਮਦਾਸ ਜੀ ਉਹਨਾਂ ਦੀ ਬਾਣੀ ਲਿਖੀ ਹੋਈ ਆ। ਸਭ ਤੋਂ ਉੱਪਰ ਖੰਡਾ ਸਾਹਿਬ, ਦੋ ਖੰਡਾ ਸਾਹਿਬ ਦੇ ਵਿੱਚ ਲਿਖਿਆ ਹੋਇਆ ਵਾ ਇੱਕ ਓਂਕਾਰ ਯਾਨੀ ਇੱਕ ਹੀ ਅੱਲਾ ਵਾ, ਔਰ ਅੱਗੇ ਲਿਖਿਆ ਵਾ ਵਾਹਿਗੁਰੂ ਜੀ ਦੀ ਫਤਿਹ ਕਿ ਯਾਨੀ ਉਹਦੀ ਇੱਕ ਅੱਲਾ ਹੀ ਦੀ ਜੈ ਜੈਕਾਰ ਹੋਣੀ ਚਾਹੀਦੀ ਆ। ਔਰ ਥੱਲੇ ਜਿਹੜਾ ਵਾ ਉਹਨਾਂ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਲਿਖੀ ਹੋਈ ਆ। ਇੱਧਰ ਨਾਨਕ ਸਾਹਿਬ ਦਾ ਨਾਮ ਲਿਖਿਆ ਹੈ ਪਹਿਲੀ ਪਾਤਸ਼ਾਹੀ ਔਰ ਔਰ ਬਾਕੀ ਜਿਹੜੀ ਬਾਣੀ ਆ ਇਹ ਬਾਣੀ ਮੈਂ ਬਾਅਦ ਚੋਂ ਪੜ੍ਹ ਕੇ ਦੱਸਾਂਗੀ ਕਿਉਂਕਿ ਇਸ ਟਾਈਮ ਇੰਨਾ ਸਮੇਂ ਨਹੀਂ ਹੈਗਾ। ਮੈਂ ਨਾਲ ਨਾਲ ਫਿਰ ਰੀਲੋ ਕਰੀ ਜਾਵਾਂਗਾ, ਨਾਲ ਨਾਲ ਫਿਰ ਜਿਹੜੀ ਪੂਰੀ ਬਾਣੀ ਹੈ ਉਹ ਫਿਰ ਉਹਦੇ ਤੇ ਚਾਨਣ ਪਾਵਾਂਗੇ ਕਿ ਬਾਣੀ ਦਾ ਅਸਲ ਸ਼ਬਦ ਕੀ ਹੈ। ਇਹ ਜਿਹੜੇ ਗੁਰਮੁਖੀ ਦੇ ਸ਼ਬਦ ਉਚਾਰੇ ਗਏ ਨੇ ਇਹ ਸਭ ਤੋਂ ਉੱਪਰ ਖੰਡਾ ਸਾਹਿਬ ਦੇ ਨਾਲ ਇੱਕ ਓਂਕਾਰ ਤੇ ਉਹਦੇ ਨਾਲ ਲਿਖਿਆ ਹੋਇਆ ਵਾ ਵਾਹਿਗੁਰੂ ਜੀ ਕੀ ਫਤਿਹ, ਤੇ ਉਸ ਤੋਂ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਚੌਥੇ ਪਾਤਸ਼ਾਹ ਸ਼੍ਰੀ ਰਾਮਦਾਸ ਜੀ ਦੀ ਬਾਣੀ ਉਚਾਰੀ ਗਈ ਨੇ ਜਿਹੜੀ 8ਵਾਂ ਭਾਗ ਏ। ਤੇ ਇਹ ਜਿਹੜੀ ਸਮਾਧ ਸ਼੍ਰੀਮਤੀ ਸਤੀ ਦੀ ਏ, ਸ਼੍ਰੀਮਤੀ ਪ੍ਰੇਮ ਸਤੀ, ਜਿਨ੍ਹਾਂ ਨੇ ਆਪਦੇ ਪ੍ਰੇਮ ਦੇ ਕਾਰਨ, ਆਪਦੇ ਪਤੀ ਦੇ ਪ੍ਰੇਮ ਦੇ ਕਾਰਨ ਫਿਰ ਇੱਥੇ ਉਹਨਾਂ ਦੇ ਨਾਲ ਹੀ ਸਤੀ ਹੋ ਗਈ ਸੀਗੀ। ਤੇ ਇਹ ਜਿਹੜਾ ਸੀਗਾ ਪੂਰਾ ਗੁਰਦੁਆਰਾ ਚੌਥੀ ਪਾਤਸ਼ਾਹੀ ਦਾ ਚਰਨ ਛੂਹ ਸਥਾਨ ਸੀਗਾ ਜਿਹੜਾ ਹੁਣ ਸਕੂਲ ਦੇ ਅੰਡਰ ਆ, ਔਰ ਮਹਿਕਮਾ ਔਕਾਫ ਨੇ ਇਹਦੀ ਅੱਖਾਂ ਬੰਦ ਕੀਤੀਆਂ। ਮੈਂ ਫਿਰ ਇੱਥੇ ਉਹੀ ਜਿਹੜੇ ਨੇ ਵਰਡ ਬੋਲਾਂਗਾ ਕਿ ਜਿਨ੍ਹਾਂ ਦਾ ਕੋਈ ਵਾਲੀ ਵਾਰਸ, ਜਿਨ੍ਹਾਂ ਦਾ ਕੋਈ ਰਹਿ ਨਹੀਂ ਜਾਂਦਾ ਜਿਹੜੀਆਂ, ਤੇ ਉਹ ਫਿਰ ਉਹਨਾਂ ਦੇ ਇਹ ਹੀ ਹਾਲ ਹੋ ਜਾਂਦੇ ਨੇ ਜਿਹੜੀਆਂ ਫਿਰ ਗੈਰਾਂ ਦੇ ਵਿੱਚ ਜਗ੍ਹਾ ਸਥਾਨ ਜਿਹੜੇ ਰਹਿ ਜਾਂਦੇ ਨੇ, ਆਪਣਿਆਂ ਤੋਂ ਦੂਰ ਹੋ ਜਾਂਦੇ ਨੇ, ਫਿਰ ਉਹ ਇੰਝ ਹੀ ਰੋਂਦੇ ਨੇ ਇਕੱਲੇ, ਫਿਰ ਡੀਕਦੇ ਇੱਕ ਦਿਨ ਉਹ ਟੈ ਟੇਰੀ ਹੋ ਜਾਂਦੇ ਨੇ। ਜਿੱਥੇ ਅਗਰਬੱਤੀਆਂ ਦੇ ਧੂਏ ਹੁੰਦੇ ਸੀਗੇ, ਧੂਣੀ ਦਿੱਤੀ ਜਾਂਦੀ ਸੀਗੀ, ਧੂਣੀ ਰਚਾਈ ਜਾਂਦੀ ਸੀਗੀ, ਜਿੱਥੇ 24 ਘੰਟੇ ਦੀਵੇ ਬਲਦੇ ਸੀਗੇ, ਜਿੱਥੇ ਲੋਕ ਆ ਕੇ ਮੰਨਤਾਂ ਮੁਰਾਦਾਂ ਮੰਗਦੇ ਸੀਗੇ, ਸ਼ੀਸ਼ ਝੁਕਾਉਂਦੇ ਸੀਗੇ, ਉਹ ਸਥਾਨ ਜਿਹੜੇ ਨੇ ਹੁਣ ਲੁਪਤ ਹੁੰਦੇ ਜਾਂਦੇ ਨੇ। ਔਰ ਆਪਦਿਆਂ ਦਾ ਉਹ ਇੰਤਜ਼ਾਰ ਕਰਦੇ ਫਿਰ ਇੱਕ ਸਮੇਂ ਹੁੰਦਾ ਕਿ ਉਹ ਟੈ ਟੇਰੀ ਹੋ ਜਾਂਦੇ ਨੇ। ਔਰ ਪਾਕਿਸਤਾਨ ਦੇ ਵਿੱਚ ਬੜੀ ਤੇਜ਼ੀ ਨਾਲ ਇਹ ਜਿਹੜਾ ਹੈਰੀਟੇਜ ਆ ਇਹ ਟੈ ਟੇਰੀ ਹੁੰਦਾ ਜਾ ਰਿਹਾ ਵਾ ਔਰ ਕਿਤੇ ਕੀਤਾ ਜਾ ਰਿਹਾ ਵਾ। ਇਹ ਉਸ ਕੜਵਾ ਸੱਚ ਹੈ ਜਿਹਦੇ ਉੱਤੋਂ ਬਹੁਤ ਲੋਕਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ। ਦੇਖੋ ਕਿੱਡਾ ਸੁੰਦਰ ਕਲਾਕਾਰੀ ਸੀਗੀ ਇਹ, ਫਿਲ ਬੂਟੇ ਮੀਨਾਕਾਰੀ ਜਿਹੜੀ ਕਿੱਡੀ ਸੁੰਦਰ ਔਰ ਕਿੱਡੀ ਵਧੀਆ ਕੀਤੀ ਸੀਗੀ, ਜਿਹੜੀ ਕਿੰਨਾ ਸਮੇਂ ਬਤੀਤ ਹੋਣ ਦੇ ਬਾਵਜੂਦ ਵੀ ਅਜੇ ਵੀ ਸਮੇਂ ਦੇ ਨਾਲ ਲੜਦੀ ਔਰ ਆਖਿਰਕਾਰ ਇਹਨੇ ਵੀ ਟੈ ਟੇਰੀ ਹੋ ਹੀ ਜਾਣਾ।